ਕੁਛ ਕੁ ਹੌਸਲਾ ਕਰਕੇ ਦੁਸ਼ਮਣ ਸਾਹਮਣੇ ਖੜੇ ਰਹੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਵੇਖ ਕੇ ਅੰਦਰੋਂ ਹੌਸਲੇ ਪਸਤ ਹੋ ਚੁੱਕੇ ਸਨ, ਪਰ ਬਾਹਰੋਂ ਆਪਣਾ ਹੌਸਲਾ ਵਿਖਾ ਰਹੇ ਸਨ। ਦਸਵੇਂ ਪਾਤਸ਼ਾਹ ਜੋ ਜੰਗ ਦੇ ਮੈਦਾਨ ਦੇ ਬੱਬਰ ਸ਼ੇਰ ਹਨ, ਉਹਨਾਂ ਨੇ ਆਪਣੀ ਬੰਦੂਕ ਜਿਹਦੇ ਨਾਲ ਦਿਆਲ ਚੰਦ ਬਿਜੜਵਾਲੀਏ ਨੂੰ ਮਾਰਿਆ ਸੀ, ਵਾਪਸ ਸੇਵਾਦਾਰ ਨੂੰ ਫੜਾ ਦਿੱਤੀ ਹੈ ਤੇ ਆਪ ਬੱਬਰ ਸ਼ੇਰ ਤਰ੍ਹਾਂ ਗਰਜੇ ਹਨ। ਹੁਣ ਮਹਾਰਾਜ ਨੇ ਬੰਦੂਕ ਛੱਡ ਦਿੱਤੀ ਹੈ ਤੇ ਤੀਰ ਕਮਾਨ ਹੱਥ ਵਿੱਚ ਲੈ ਲਿਆ ਤੇ ਘੋੜੇ ਨੂੰ ਅੱਡੀ ਲਾਈ ਹੈ ਔਰ ਦੁਸ਼ਮਣ ਦੇ ਸਾਹਮਣੇ ਜੰਗ ਦੇ ਜਿੱਤਣ ਦੀ ਆਸ ਲੈ ਕੇ ਗੱਜੇ ਹਨ। ਬੜੀ ਫੁਰਤੀ ਦੇ ਨਾਲ ਭੱਥੇ ਦੇ ਵਿੱਚੋਂ ਔਰ ਤਿੱਖਾ ਤੀਰ ਕੱਢ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਗ ਕੋਬਰਾ ਕਾਲਾ ਨਾਗ ਛੱਡਿਆ ਹੈ ਔਰ ਚਿੱਲੇ ਚਾੜ ਕੇ ਕੰਨਾਂ ਤਾਈਂ ਖਿੱਚ ਕੇ ਬੜੇ ਗੁੱਸੇ ਨਾਲ ਵੀਰ ਰਸ ਨਾਲ ਮਹਾਰਾਜ ਤੀਰ ਛੱਡਦੇ ਹਨ। ਕਹਿੰਦੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਮਾਨ ਵਿੱਚੋਂ ਤੀਰ ਚੱਲ ਕੇ ਛੂਕਦੇ ਹੋਏ ਦੁਸ਼ਮਣ ਵੱਲ ਜਾ ਰਹੇ ਹਨ, ਜਿਸ ਨੂੰ ਵੇਖ ਕੇ ਦਿਆਲ ਚੰਦ ਬਿਜੜਵਾਲੀਏ ਦੀ ਅਲਫ ਖਾਨ ਦੀ ਫੌਜ ਭੈ ਭੀਤ ਹੋ ਗਈ ਹੈ। ਸ਼ਤਰੂਆਂ ਦੇ ਦਲ ਦੇ ਵਿੱਚ ਬੜਾ ਭਾਰੀ ਰੌਲਾ ਮਚ ਗਿਆ ਹੈ, ਭੈ ਭੀਤ ਹੋ ਗਏ ਹਨ, ਡਰ ਗਏ ਹਨ ਵੈਰੀ। ਇੱਧਰ ਉੱਧਰ ਵੇਖਦੇ ਹਨ, ਕੋਈ ਸਹਾਰਾ ਨਹੀਂ ਨਜ਼ਰ ਆਉਂਦਾ ਪਹਾੜੀਆਂ ਨੂੰ। ਫਿਰ ਸਤਿਗੁਰੂ ਜੀ ਨੇ ਭੱਥੇ ਵਿੱਚੋਂ ਦੂਸਰਾ ਤੀਰ ਕੱਢਿਆ ਹੈ। ਮਹਾਰਾਜ ਨੇ ਕਮਾਨ ਦੇ ਚਿੱਲੇ ਚਾੜ ਕੇ ਕੰਨਾਂ ਤਾਈਂ ਖਿੱਚਿਆ ਹੈ। ਚਰੜ ਕਰਦੇ ਕਮਾਨ ਵਿੱਚੋਂ ਤੀਰਾਂ ਦੀ ਬਰਖਾ ਸ਼ੁਰੂ ਹੋਈ ਹੈ। ਕਹਿੰਦੇ ਛਾੜ ਕਰਦੇ ਤੀਰ ਜਾਂਦੇ ਆ ਤੇ ਵੀਰ ਬੜਾ ਰਹੇ ਹਨ ਤੀਰਾਂ ਤੋਂ ਮਾਰ ਖਾ ਕੇ। ਮਹਾਰਾਜ ਵੈਰੀ ਨੂੰ ਤੱਕ ਕੇ ਖਿੱਚ ਕੇ ਛਾਤੀ 'ਚ ਤੀਰ ਮਾਰਦੇ ਹਨ। ਕਹਿੰਦੇ ਭੈ ਭੀਤ ਹੋ ਕੇ ਦੁਸ਼ਮਣਾਂ ਦੇ ਸਰੀਰ ਕੰਬਦੇ ਹਨ, ਕੰਬਣੀਆਂ ਛਿੜ ਗਈਆਂ ਹਨ। ਬੜੀ ਸ਼ੀਘਰਤਾ ਦੇ ਨਾਲ, ਬੜੀ ਫੁਰਤੀ ਦੇ ਨਾਲ ਮਹਾਰਾਜ ਤੀਰ ਚਲਾਉਂਦੇ ਹਨ, ਜਿਨ੍ਹਾਂ ਦੇ ਸਰੀਰ ਤੀਰ ਲੱਗਦੇ ਸਾਰ ਪਾਰ ਲੰਘ ਜਾਂਦੇ ਹਨ। ਮਹਾਰਾਜ ਦੇ ਸੂਰਮੇ ਕੰਨਾਂ ਦੇ ਖਿੱਚ ਬਾਣ ਛੱਡਦੇ ਹਨ। ਕਹਿੰਦੇ ਜਦੋਂ ਤੀਰ ਚੱਲਦੇ ਹਨ, ਵੈਰੀਆਂ ਦੀ ਛਾਤੀਆਂ ਦੇ ਵਿੱਚੋਂ ਦੀ ਪਾਰ ਲੰਘ ਜਾਂਦੇ ਹਨ। ਕਹਿੰਦੇ ਸੂਰਮੇ ਘੋੜਿਆਂ ਤੋਂ ਧੜਮ ਕਰਕੇ ਡਿੱਗਦੇ ਤੇ ਹਾਏ ਕਰਦੇ ਹਨ। ਇਸ ਤਰ੍ਹਾਂ ਸੱਜੇ ਹੱਥ ਨਾਲ ਮਹਾਰਾਜ ਜੀ ਨੇ 4 ਤੀਰ ਚਲਾਏ ਹਨ। ਵੈਰੀਆਂ ਦੀ ਫੌਜ ਵਿੱਚ ਬੜੇ ਗੁੱਸੇ ਨਾਲ ਮਾਰੇ ਹਨ। ਫਿਰ ਖੱਬੇ ਹੱਥ ਨਾਲ ਵੀ 3 ਤੀਰ ਚਲਾਉਣ ਲੱਗੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜੋ ਮਹਾਰਾਜ ਵਿਦਿਆ ਦੇ ਪ੍ਰਵੀਨ ਹਨ। ਇਹ ਕਥਾ ਮਹਾਰਾਜ ਜੀ ਨੇ ਆਪਣੀ ਪਾਵਨ ਬਾਣੀ ਸ੍ਰੀ ਬਚਿੱਤਰ ਨਾਟਕ ਵਿੱਚ ਵੀ ਲਿਖੀ ਹੈ ਕਿ ਅਸੀਂ ਪਹਿਲਾਂ ਬੰਦੂਕ ਦੇ ਨਾਲ ਬਿਜੜਵਾਲੀਏ ਦਿਆਲ ਚੰਦ ਨੂੰ ਮਾਰਿਆ ਤੇ ਫਿਰ ਅਸੀਂ ਆਪਣੇ ਕਮਾਨ ਤੋਂ 7 ਤੀਰ ਚਲਾਏ, 4 ਸੱਜੇ ਹੱਥ ਨਾਲ ਚਲਾਏ, 3 ਖੱਬੇ ਨਾਲ ਚਲਾਏ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਇੱਕੋ ਤੀਰ ਨਾਲ 7 8 10 ਦੇ ਸਰੀਰ ਬਿਨ ਸੁੱਟੇ ਹਨ। ਜਦੋਂ ਮਹਾਰਾਜ ਸਾਹਿਬ ਜੀ ਤੀਰ ਚਲਾਉਂਦੇ ਹਨ, ਵੈਰੀਆਂ ਦੇ ਅੰਗ ਭੰਗ ਕਰ ਸੁੱਟਦੇ ਹਨ। ਔਰ ਕਹਿੰਦੇ ਚਿਹਰਾ ਲਾਲੋ ਲਾਲ ਹੋਇਆ, ਵੀਰ ਰਸ ਨਾਲ ਰੰਗੇ ਹੋਏ ਕਲਗੀਧਰ ਪਾਤਸ਼ਾਹ ਜੀ ਮਹਾਰਾਜ। ਕਹਿੰਦੇ ਵੈਰੀ ਦੀ ਫੌਜ ਦੇ ਸਾਹਮਣੇ ਬੱਬਰ ਸ਼ੇਰ ਤਰ੍ਹਾਂ ਗਰਜ ਕੇ ਗਏ ਹਨ ਕਲਗੀਧਰ ਜੀ। ਮਹਾਰਾਜ ਦਾ ਘੋੜਾ ਧਰਤੀ ਤੇ ਪੈਰ ਨਹੀਂ ਲਾਉਂਦਾ, ਬੜੀ ਚੰਚਲਤਾ ਦੇ ਨਾਲ ਦੌੜਦਾ ਹੈ। ਵੱਡਾ ਭਾਰੀ ਹੱਲਾ ਕਰਕੇ ਧੂਮ ਧਾਮ ਮਚਾ ਰਹੇ ਹਨ। ਕਹਿੰਦੇ ਦੁਸ਼ਮਣ ਨੂੰ ਆਰਾਮ ਨਹੀਂ ਲੈਣ ਦਿੱਤਾ, ਟਿਕਣ ਨਹੀਂ ਦਿੱਤਾ ਤੇ ਜਿਹੜੀ ਉਹ ਲੱਕੜ ਦੀ ਵਾੜ ਕਰੀ ਹੋਈ ਸੀ ਅਲਫ ਖਾਨ ਨੇ ਪਹਾੜ ਦੀ ਚੋਟੀ ਉੱਥੇ ਜਾ ਪਹੁੰਚੇ ਹਨ। ਦੁਸ਼ਮਣ ਦੇ ਦਲ ਦਾ ਹੌਸਲਾ ਤੋੜ ਦਿੱਤਾ ਹੈ ਕਲਗੀਧਰ ਪਾਤਸ਼ਾਹ ਦੇ ਤੀਰਾਂ ਨੇ ਤੇ ਹੁਣ ਭੱਜ ਕੇ ਵੈਰੀ ਉਸ ਵਾੜ ਦੇ ਵਿੱਚ ਵੜ ਗਏ ਹਨ। ਖੱਬੇ ਹੱਥ ਨਾਲ ਮਾਰੇ ਨੇ 3 ਤੀਰ ਚਲਾਏ ਹਨ, 4 ਸੱਜੇ ਨਾਲ
ਤੇ 3 ਤੀਰ ਖੱਬੇ ਨਾਲ ਛੱਡੇ ਹਨ। ਕੀ ਸਹਾਇ ਲੈ ਭੀਮ ਚੰਦ ਰਾਜਾ ਭੀਮ ਚੰਦ ਕਲਗੀਧਰ ਪਾਤਸ਼ਾਹ ਦੀ ਮਦਦ ਲੈ ਕੇ, ਸਤਿਗੁਰੂ ਜੀ ਦੀ ਬਖਸ਼ਿਸ਼ ਲੈ ਕੇ ਈਰਾਨ ਬਿੰਗਾਰ ਕੀਰਜ ਬਿਲੰਦ ਆਪਣੇ ਯੋਧਿਆਂ ਨੂੰ ਵੰਗਾਰ ਰਿਹਾ ਵੀ ਛੇਤੀ ਕਰੋ, ਰਲ ਕੇ ਆਪਾਂ ਨਦੌਣ ਦਾ ਕਿਲਾ ਫਤਿਹ ਕਰ ਲਈਏ। ਪੂਰਨ ਚਲਾਏ ਮੋਰਨ ਮਨਿੰਦ ਸੂਰਮਿਆਂ ਨੇ ਮਹਾਰਾਜ ਦਸਵੇਂ ਪਾਤਸ਼ਾਹ ਦੀ ਫੌਜ ਤੇ ਭੀਮ ਚੰਦ ਦੀ ਫੌਜ ਨਾਲ ਪ੍ਰਿਥੀ ਚੰਦ ਦੀ ਤੇ ਰਾਮ ਸਿੰਘ ਦੀ ਫੌਜ ਇਕੱਠੀ ਹੈ। ਦੂਜੇ ਪਾਸੇ ਕਿਰਪਾਲ ਚੰਦ ਕਟੋਚੀਏ, ਦਿਆਲ ਚੰਦ ਬਿਜੜਵਾਲੀਏ ਤੇ ਅਲਫ ਖਾਨ ਦੀ ਫੌਜ ਇਕੱਠੀ ਹੈ। ਇਹ 2 ਦਿਨਾਂ ਦਾ ਮੁਕਾਬਲਾ ਨਦੌਣ ਦੇ ਮੈਦਾਨ ਵਿੱਚ ਹੋ ਰਿਹਾ ਹੈ। ਘੋੜਿਆਂ ਨੂੰ ਮੋਹਰਾਂ ਤਾਂ ਨਚਾਉਂਦੇ ਹੋਏ ਸੂਰਮੇ ਉੱਪਰ ਜਾ ਚੜੇ ਹਨ। ਕਹਿ ਮਾਰ ਮਾਰ ਉਮੰਡੇ ਨਰਿੰਦ ਮਾਰ ਲਓ ਕਰਦੇ ਸੂਰਮੇ ਉਮੜ ਕੇ ਆ ਪਏ ਹਨ। ਪਹਾੜੀ ਦੇ ਸੂਰਮੇ 22 ਧਾਰ ਦੇ ਰਾਜਪੂਤ ਰਾਜੇ ਆਪਸ 'ਚ ਲੜ ਰਹੇ ਹਨ। ਤੇ ਕਟੋਚ ਕਿਰਪਾਲ ਆਦ ਦੂਜੇ ਪਾਸੇ ਕਿਰਪਾਲ ਚੰਦ ਕਟੋਚੀਆ ਕਾਂਗੜੇ ਦਾ ਰਾਜਾ, ਹਲ ਗਏ ਪਾਏ ਬਾਛੇ ਵਿਵਾਦ ਉਹ ਆਪਣੀ ਫੌਜ ਦੇ ਪੈਰ ਹਿੱਲਦੇ ਵੇਖ ਰਿਹਾ ਹੈ। ਉਹਦੀ ਫੌਜ ਪਿਛਾਂ ਨੂੰ ਹਟ ਰਹੀ ਹੈ, ਵੜ ਰਹੀ ਹੈ ਉਸ ਕਿਲੇ ਦੇ ਵਿੱਚ ਜਿਹੜਾ ਲੱਕੜ ਦਾ ਬਣਾਇਆ ਹੋਇਆ ਹੈ। ਪੱਟ ਬਲੀ ਗਇਓ ਮਰ ਰਹਿ ਕੋਏ ਬਹੁਤ ਵੱਡਾ ਸੂਰਮਾ ਦਿਆਲ ਚੰਦ ਬਿਜੜਵਾਲੀਆ ਮਾਰਿਆ ਗਿਆ। ਹੁਣ ਕੌਣ ਗੁਰੂ ਦਾ ਮੁਕਾਬਲਾ ਕਰੇਗਾ? ਉਹ ਪ੍ਰਤਾਪ ਨੇ ਸਹਿ ਸੋਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਤੀਰਾਂ ਦਾ ਪ੍ਰਤਾਪ ਕਿਸੇ ਕੋਲੋਂ ਝੱਲਿਆ ਨਹੀਂ ਜਾ ਰਿਹਾ, ਕੋਈ ਸਹਿ ਨਹੀਂ ਪਾ ਰਿਹਾ। ਖੇਤ ਬਾਰ ਕੀ ਕਰ ਸੰਭਾਰ ਕਹਿੰਦੇ ਖੇਤ ਦੀ ਵਾਟ ਛੱਡ ਕੇ ਮੈਦਾਨੇ ਜੰਗ ਵਿੱਚੋਂ ਹੱਥ ਸਨੇ ਸਨੇ ਲੜਦੇ ਜੁਝਾਰ ਸੂਰਮੇ ਸਹਿਜੇ ਸਹਿਜੇ ਲੜਦੇ ਜਾ ਰਹੇ ਹਨ। ਪੱਠਗੜ ਉਤੰਗ ਥਲ ਗਾੜ ਜੋਏ ਜਿਹੜਾ ਲੱਕੜ ਦਾ ਕਿਲਾ ਉੱਚੀ ਥਾਂ ਤੇ ਬਣਿਆ ਹੋਇਆ ਹੈ, ਭਾਜ ਪ੍ਰਵੇਸ਼ੇ ਜਾਏ ਸੋਏ ਉਹਦੇ ਵਿੱਚ ਜਾ ਪ੍ਰਵੇਸ਼ ਕੀਤਾ ਹੈ। ਭੱਜ ਕੇ ਵੜ ਗਏ ਹਨ ਦਿਆਲ ਚੰਦ ਦੀ ਫੌਜ ਦੇ ਸਿਪਾਹੀ, ਅਲਫ ਖਾਨ ਦੀ ਫੌਜ ਦੇ ਸਿਪਾਹੀ ਚੇਤਕ ਥਿਰੰਤ ਬਾਹਰ ਤੋਂ ਭੱਟ ਤੇ ਕਈ ਸੂਰਮੇ ਬਾਹਰ ਖਲੋਂਦੇ ਹਨ। ਇੱਕ ਹਿਲੇ ਪਾਏ ਤਿੰਨ ਕੂਦ ਵੱਟ ਕਹਿੰਦੇ ਮਹਾਰਾਜ ਦਾ ਪ੍ਰਤਾਪ ਵੇਖ ਕੇ ਉਹਦੇ ਪੈਰ ਹਿੱਲ ਗਏ ਨੇ ਤੇ ਉਹ ਅੰਦਰ ਜਾ ਵੜੇ ਹਨ। ਇੱਕ ਵਾਰ ਕੜਾ ਕਰ ਛੁੱਟ ਤੁਫੰਗ ਇੱਕੋ ਵਾਰੀ ਕਾੜ ਬੰਦੂਕਾਂ ਚੱਲੀਆਂ ਹਨ। ਕਾਨ ਲਗਤ ਕਰ ਅੰਗ ਭੰਗ ਗੋਲੀਆਂ ਲੱਗ ਕੇ ਸਰੀਰਾਂ ਦੇ ਅੰਗ ਭੰਗ ਹੋ ਰਹੇ ਹਨ। ਕਾਟੇ ਫਿਰਬਾਨ ਕਾਟੇ ਸਰੀਰ ਤਲਵਾਰਾਂ ਕੱਢ ਕੇ ਸਰੀਰ ਵੱਢ ਸੁੱਟੇ ਹਨ। ਕਾਟੇ ਉਮੰਗ ਲਖ ਜੀਤ ਵੀਰ ਯੋਧਿਆਂ ਨੂੰ ਆਪਣੀ ਜਿੱਤ ਦਾ ਹੌਸਲਾ ਹੋ ਗਿਆ ਜਦੋਂ ਦਸਵੇਂ ਪਾਤਸ਼ਾਹ ਮਹਾਰਾਜ ਆਪ ਮੈਦਾਨੇ ਜੰਗ ਵਿੱਚ ਆ ਗਏ ਨੇ। ਸਿੱਖਾਂ ਦਾ ਤੇ ਭੀਮ ਚੰਦ ਦਾ ਹੌਸਲਾ ਵੱਧ ਗਿਆ ਹੈ। ਵਜਨ ਬਾਜ ਉਤਸਾਹ ਹੇਤ ਉਤਸ਼ਾਹ ਵਾਸਤੇ ਬੜੇ ਮਾਰੂ ਵਾਜੇ ਨਗਾਰੇ ਰਣ ਸਿੰਘੇ ਵੱਜਣ ਲੱਗੇ ਹਨ। ਸਭ ਵਧੇ ਅਗਰ ਲਿਏ ਯੁੱਧ ਖੇਤ ਕਹਿੰਦੇ ਸਾਹਮਣੇ ਜੰਗ ਦੇ ਮੈਦਾਨ ਦੇ ਵਿੱਚ ਸੂਰਮੇ ਲੜ ਰਹੇ ਹਨ। ਲਈ ਲੋਥ ਪੋਥਨ ਕਰਾਲ ਕਹਿੰਦੇ ਲਾਸ਼ਾਂ ਤੇ ਲਾਸ਼ਾਂ ਚੜ ਗਈਆਂ, ਲੋਥ ਪੋਥਨਾ ਹੋ ਗਈ ਹੈ। ਜਨ ਮਾਸ ਖਾਤ ਕੁੱਕਰ ਸਿੰਗਰਾਲ ਆ ਕੁੱਤੇ ਤੇ ਗਿੱਦੜ ਮਾਸ ਖਾ ਰਹੇ ਹਨ। ਗਨ ਗ੍ਰਿਪ ਬ੍ਰਿਜ ਪਰਬਤ ਆਕਾਸ਼ ਬਹੁਤ ਸਾਰੀਆਂ ਗਿੱਧਾਂ ਆਕਾਸ਼ 'ਚ ਉੜਦੀਆਂ ਫਿਰਦੀਆਂ ਹਨ ਚੋਂਚ ਮਾਸ ਕੀ ਕਰਤ ਗਰਾਸ ਤੇ ਮਾਸ ਦੀਆਂ ਚੁੰਝਾਂ ਭਰ ਕੇ ਬੋਟੀਆਂ ਖਾਂਦੀਆਂ ਹਨ। ਕੰਕ ਬੰਕ ਅਰਕਾਕ ਫੂਕ ਆ ਚਿੱਟੀਆਂ ਚੀਲਾਂ ਤੇ ਕਾਲੇ ਕਾਂ ਇਹ ਰੌਲਾ ਪਾ ਰਹੇ ਹਨ। ਕਰਕਰਾਲ ਟਿਕ ਟੂਕ ਟੂਕ ਤੇ ਕੁੱਤੇ ਜਿਹੜੇ ਹਨ ਬੜੀ ਭਿਆਨਕ ਸ਼ਕਲ ਦੇ ਵਿੱਚ ਆ ਕੇ ਮਾਸ ਖਾਂਦੇ ਹਨ। ਵਰਤ ਜੋਗਨੀ ਥਰੋਣ ਪਾਨ ਤੇ ਕੁੱਤੇ ਜਿਹੜੀਆਂ ਜੋਗਣੀਆਂ ਹਨ ਸਾਧ ਸੰਗਤ ਜੀ ਖੱਪਰ ਭਰ ਕੇ ਲਹੂ ਦੇ ਪੀਂਦੀਆਂ ਹਨ। ਚੰਤ ਫਿਰਤ ਮੱਖ ਕਰਤ ਗਾਨ ਨੱਚਦੀਆਂ ਫਿਰਦੀਆਂ ਨੇ ਔਰ ਗੀਤ ਗਾਉਂਦੀਆਂ ਨੇ, ਬਹੁਤ ਸਾਰੇ ਗੀਤ ਗਾਉਂਦੀਆਂ ਨੇ। ਧਕਾਏ ਕਰ ਨੀਰ ਨੀਰ ਕਹਿੰਦੇ ਨੇੜਾ ਕਰਕੇ ਫੌਜ ਨੂੰ ਧੱਕਾ ਦੇ ਕੇ ਭਜਾ ਦਿੱਤਾ ਹੈ। ਅਰੇ ਲੀਰ ਲਰ ਫੇਰ ਫੇਰ ਬੜੇ ਸੂਰਮੇ ਲੜ ਕੇ ਹਟ ਗਏ ਹਨ ਪਿੱਛੇ। ਚੌਂਦੇ ਸਨ ਬਿਖੈਰੀ ਘੇਰ ਘੇਰ ਚਾਰੇ ਪਾਸਿਓਂ ਵੈਰੀ ਨੂੰ ਘੇਰ ਕੇ ਕਾਨ ਬਾਨ ਹੱਥ ਹੀਰ ਹੀਰ ਗੋਲੀਆਂ ਤੇ ਤੀਰਾਂ ਦਾ ਮੀਂਹ ਬਰਾਬਰ ਆ ਕੇ ਪ੍ਰਹਾਰ ਭੱਟ ਦੌਰ ਦੌਰ ਔਰ ਕਹਿੰਦੇ ਸੂਰਮੇ ਦੌੜ ਕੇ ਵਾਰ ਕਰਦੇ ਹਨ ਉਪਾਏ ਫਿਰ ਥੋਰ ਥੋਰ ਔਰ ਵੈਰੀ ਨੂੰ ਡਰਾ ਰਹੇ ਨੇ ਇੱਕ ਦੂਜੀ ਨੂੰ ਦੁਸ਼ਮਣ ਨੂੰ ਪ੍ਰਹਾਰ ਬਹੁ ਮਾਰ ਕਰਦੇ ਸ਼ਸਤਰਾਂ ਦਾ ਵਾਰ ਕਰਦੇ ਨੇ। ਅਰੇ ਸਤਰ ਦਿਨ ਟਾਰ ਟਾਰ ਜਿਹੜਾ ਸਾਹਮਣੇ ਅੜਦਾ ਉਹਨੂੰ ਟਾਲਦੇ ਮਾਰਦੇ ਨੇ, ਭਜਾ ਦਿੰਦੇ ਨੇ। ਤਦ ਸਭ ਬਾਣ ਤੇ ਜੀਤ ਜੁੱਧ ਮਹਾਰਾਜ ਦਸਵੇਂ ਪਾਤਸ਼ਾਹ ਨੇ 7 ਤੀਰਾਂ ਨਾਲ ਹੀ ਜੰਗ ਜਿੱਤ ਲਿਆ। 8ਵਾਂ ਤੀਰ ਚਲਾਣਾ ਨਹੀਂ ਪਿਆ, 7 ਬਾਣ ਚਲਾਏ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਉਹਨਾਂ 7 ਬਾਣਾਂ ਦੇ ਨਾਲ ਹੀ ਮੋਰਚਾ ਫਤਿਹ ਕਰ ਲਿਆ ਹੈ। ਦੁਸ਼ਮਣ ਨੂੰ 7 ਤੀਰਾਂ ਨਾਲ ਹੀ ਭਾਜੜ ਪਾ ਦਿੱਤੀ ਹੈ ਤੇ ਉਹਨਾਂ ਨੂੰ ਵਾੜ ਦੇ ਵਿੱਚ ਧੱਕ ਦਿੱਤਾ ਹੈ। ਆ ਜਿੱਥੇ ਕੋਈ ਬਾਹਰ ਖਲੋਤਾ ਸੀ ਕੱਠ ਗੜੀ ਵਿਖੇ ਬੜਗੇ ਉਤਾਲ ਉਹ ਛੱਡ ਕੇ ਆਪਣੇ ਮੋਰਚੇ ਤੇ ਲੱਕੜ ਦੇ ਕਿਲੇ 'ਚ ਜਾ ਵੜੇ ਨੇ, ਬਾਹਰ ਨਹੀਂ ਖਲੋ ਸਕੇ। ਬਰੇ ਬਾਰ ਪਿਖ ਬਾਰ ਬਾਰ ਜਦੋਂ ਵੇਖਿਆ ਹੈ ਕਿ ਦੌੜ ਕੇ ਸਾਰੇ ਵਾਰੋ ਵਾਰੀ
ਉਸ ਵਾਰਡ ਦੇ ਵਿੱਚ ਵੜੀ ਜਾਂਦੇ ਹਨ ਹਰ ਰਹੇ ਓਜ ਹਰ ਧਾਰ ਧਾਰ ਔਰ ਉੱਥੋਂ ਬਲ ਦੇ ਨਾਲ ਮੁਕਾਬਲਾ ਕਰਨ ਲੱਗੇ ਹਨ। ਛੂਟੇ ਤੁਫੰਗ ਪੁੰਗੇਰ ਫੇਰ ਕਹਿੰਦੇ ਫਿਰ ਉੱਚੇ ਬੁੰਗਿਆਂ ਤੋਂ ਗੋਲੀਆਂ ਚਲਾਣੀਆਂ ਸ਼ੁਰੂ ਕੀਤੀਆਂ ਹਨ ਵਿੱਚ ਥਿਰ ਕਟੋਚੀਆ ਲੀਨ ਤੇ ਘੇਰ ਕਿਰਪਾਲ ਚੰਦ ਕਟੋਚੀਏ ਨੂੰ ਸੂਰਮਿਆਂ ਨੇ ਉਸ ਵਾਰਡ ਵਿੱਚ ਘੇਰ ਲਿਆ ਹੈ ਚਾਰੇ ਪਾਸਿਓਂ। ਹੁਣ ਭਇਓ ਯੁੱਧ ਕ੍ਰੋਧਤ ਕਰਾਲ ਫਿਰ ਬੜਾ ਭਿਆਨਕ ਯੁੱਧ ਹੋਇਆ ਹੈ। ਕੰਤ ਬਾਨ ਗੋਰੀ ਹਜ਼ਾਰ ਹਜ਼ਾਰਾਂ ਤੀਰ ਗੋਲੀਆਂ ਚੱਲਦੇ ਹਨ। ਗਏ ਬੀਚ ਸਤਰਨ ਵਿਲੋਕ ਕਹਿੰਦੇ ਜਦੋਂ ਕਿਰਪਾਲ ਚੰਦ ਕਟੋਚੀਏ ਨੇ ਵੇਖਿਆ ਵੀ ਅਸੀਂ ਤਾਂ ਦੁਸ਼ਮਣਾਂ ਦੇ ਘੇਰੇ 'ਚ ਆ ਗਏ ਹਾਂ ਤਬ ਸੁਭਟ ਆਪਣੇ ਲੀਨ ਰੋਕ ਤਾਂ ਉਹਨੇ ਆਪਣੇ ਯੋਧਿਆਂ ਨੂੰ ਰੋਕਿਆ ਹੈ। ਅਬ ਗਏ ਹਾਰ ਵਿੱਚ ਹੋਏ ਗਾੜ ਕਹਿੰਦੇ ਹੁਣ ਸਾਡੀ ਹਾਰ ਹੋਵੇਗੀ। ਅਬ ਗਏ ਹਾਰ, ਹੁਣ ਅਸੀਂ ਹਾਰ ਜਾਵਾਂਗੇ ਕਿਉਂਕਿ ਹੁਣ ਸਾਡਾ ਜ਼ੋਰ ਨਹੀਂ ਪਵੇਗਾ। ਨ ਵਹਿਰ ਬੜ ਤਰਾਸ ਬਾੜ ਮਨ ਵਿੱਚ ਸਾਰੇ ਡਰ ਗਏ ਨੇ ਵੀ ਜੇ ਬਾਹਰ ਨਿਕਲਾਂਗੇ ਤੇ ਮਾਰੇ ਜਾਵਾਂਗੇ। ਫਤਿਹ ਲੀਨ ਪ੍ਰਭ ਰਣ ਮਝਾਰ ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨਦੌਣ ਦਾ ਜੰਗ ਜਿੱਤ ਲਿਆ ਹੈ। ਦਿਸਨ ਵੀਰ ਲਖ ਕੈ ਉਦਾਰ ਦੋਵਾਂ ਪਾਸਿਆਂ ਦੇ ਸੂਰਮਿਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗਾ ਸੂਰਮਾ, ਉਹਨਾਂ ਵਰਗਾ ਜੰਗੀ ਯੋਧਾ ਕੋਈ ਨਹੀਂ ਹੈ। ਲਹਿਰੇ ਦੇ ਤਰਾਸ ਜਿਨ ਕੇ ਕਦਾਪ ਇਹ ਐਸੇ ਸੂਰਮੇ ਹਨ ਡਰਨਾ ਦੀ ਚੀਜ਼ ਇਹਨਾਂ ਦੇ ਕੋਲੋਂ ਵੀ ਨਹੀਂ ਲੰਘੀ। ਭੈ ਕਾਹੂ ਕੋ ਦੇਤ ਨਹਿ ਪੈ ਮਾਨਤ ਆਣ, ਇਹ ਭੈ ਤੋਂ ਰਹਿਤ ਨਿਰਭੈ ਸੂਰਮੇ ਹਨ। ਰਿਪਕੋ ਫਲਾਏ ਹੱਥ ਤੀਰ ਆਪ ਕਹਿੰਦੇ ਦੁਸ਼ਮਣ ਨੂੰ ਮੈਦਾਨੇ ਜੰਗ ਚੋਂ ਭਾਜੜ ਪਾਉਣ ਵਾਲੇ ਹਨ, ਤੀਰਾਂ ਦੀ ਮੀਂਹ ਵਰਸਾਉਣ ਵਾਲੇ ਹਨ। ਪ੍ਰਥਮ ਪਾਉਂਟਾ ਜੀਤ ਜੰਗ ਜਿਵੇਂ ਪੌਂਟੇ ਸਾਹਿਬ ਦਾ ਜੰਗ ਪਹਿਲਾਂ ਜਿੱਤਿਆ ਸੀ ਨਾ, ਭੰਗਾਣੀ ਦਾ ਜੰਗ ਫਤਿਹ ਕੀਤਾ ਸੀ, ਅੱਜ ਕਲਗੀਧਰ ਪਾਤਸ਼ਾਹ ਨੇ ਆਪਣੇ ਜੀਵਨ ਦੀ ਦੂਸਰੀ ਜੰਗ ਵੀ ਫਤਿਹ ਕਰ ਲਈ ਹੈ। ਸੈਨਪਤੀ ਕਰ ਤਰਾਸ ਸੰਗ ਕਹਿੰਦੇ ਪਹਾੜੀ ਇਹ ਦੋਵੇਂ ਪਾਸਿਓਂ ਡਰ ਗਏ ਨੇ। ਜਿਹੜਾ ਕਿਰਪਾਲ ਚੰਦ ਕਟੋਚੀਆ ਉਹਦਾ ਡਰਿਆ ਹੀ ਆ ਵੀ ਮੇਰੇ ਸਾਥੀ ਨੂੰ ਗੁਰੂ ਨੇ ਬੰਦੂਕ ਦੀ ਗੋਲੀ ਨਾਲ ਮਾਰ ਦਿੱਤਾ। ਇਧਰੋਂ ਭੀਮ ਚੰਦ ਵਰਗੇ ਵੀ ਅੰਦਰੋਂ ਹੁਣ ਭੈ ਖਾਣ ਲੱਗ ਪਏ ਵੀ ਇਸ ਗੁਰੂ ਨੂੰ ਜਿੱਤਣਾ ਬੜਾ ਔਖਾ ਹੈ। ਜਿਵੇਂ ਪੌਂਟੇ ਭੰਗਾਣੀ ਦਾ ਜੰਗ ਜਿੱਤਿਆ ਸੀ, ਅੱਜ 10ਵੇਂ ਪਾਤਸ਼ਾਹ ਨੇ ਨਦੌਣ ਦਾ ਜੰਗ ਜਿੱਤ ਲਿਆ ਹੈ। ਵੀਰ ਬਹਾਦਰ ਬਹੁ ਵਡਾਏ ਇਹ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਗੁਰੂ ਵੀਰ ਬਹਾਦਰ ਹੈ, ਗੁਰੂ ਮਹਾਬਲੀ ਹੈ, ਗੁਰੂ ਮਹਾਯੋਧਾ ਹੈ। ਕਰਤ ਕੀਰਤੀ ਸੁਭਟ ਬ੍ਰਿੰਦ ਸੂਰਮੇ ਆਪਣੇ ਆਪਣੇ ਥਾਵਾਂ ਤੇ 10ਵੇਂ ਪਾਤਸ਼ਾਹ ਦਾ ਜਸ ਕਰ ਰਹੇ ਨੇ, ਕੀਰਤੀ ਕਰ ਰਹੇ ਨੇ, ਵਾਹ ਵਾਹ ਕਰ ਰਹੇ ਨੇ। ਪਰੇ ਸ਼ਿਵਰ ਨਿਜ ਕਰ ਆਨੰਦ ਜਦੋਂ ਹਨੇਰਾ ਜਿਹਾ ਪੈਣ ਲੱਗਾ ਤੇ ਸਤਿਗੁਰੂ ਮਹਾਰਾਜ ਜੀ ਜੰਗ ਫਤਿਹ ਕਰਕੇ ਪਿਛਾ ਨੂੰ ਹਟੇ ਆਪਣੇ ਡੇਰਿਆਂ 'ਚ ਆਏ ਹਨ। ਭਜਾਏ ਵਿੱਚ ਬਾਰ ਦੁਸ਼ਮਣ ਨੂੰ ਭਜਾ ਕੇ ਵਾੜ ਦੇ ਵਿੱਚ ਜਿਹੜੀ ਲੱਕੜ ਦੀ ਵਾੜ ਕੀਤੀ ਹੋਈ ਸੀ, ਕਿਲਾ ਬਣਾਇਆ ਸੀ, ਕਰਿਓ ਡੇਰਾ ਸੁਧਾਰ ਮਹਾਰਾਜ ਨੇ ਆਪਣੀ ਛਾਉਣੀ 'ਚ ਆ ਕੇ ਡੇਰਾ ਕੀਤਾ ਹੈ। ਪਲੰਗ ਤੇ ਬਿਰਾਜੇ ਹਨ। ਬਜਾਏ ਹਰਖੰਤ ਵੀਰ ਸੂਰਮਿਆਂ ਨੇ ਨਗਾਰਿਆਂ ਤੇ ਚੋਭਾਂ ਲਾਈਆਂ ਤੇ ਬੜੇ ਖੁਸ਼ ਹੋਏ ਹਨ। ਸਭ ਉਤਰ ਪਰੇ ਨਿਜ ਲੈ ਬਹੀਰ ਆਪੋ ਆਪਣੀ ਵੀਰ ਲੈ ਕੇ ਆਪਣੇ ਆਪਣੇ ਪੜਾਵਾਂ ਤੇ ਆ ਉਤਰੇ ਹਨ। ਸਿਰ ਆਪਨ ਲਗਾਏ ਮਹਾਰਾਜ ਸਾਹਿਬ ਜੀ ਨੇ ਆਪਣਾ ਡੇਰਾ ਲਾਸਣ ਲਾ ਲਿਆ ਹੈ। ਭੀਮ ਚੰਦ ਕੁਛ ਦੂਰ ਜਾਏ ਉਧਰ ਰਾਜਾ ਭੀਮ ਚੰਦ ਵੀ ਕੁਛ ਦੂਰੀ ਤੇ ਜਾ ਕੇ ਡੇਰਾ ਉਤਾਰ ਆਨੰਦ ਧਾਰ ਆਪਣੀ ਆਪਣੀ ਥਾਵਾਂ ਤੇ ਉਤਰੇ ਹਨ, ਡੇਰਾ ਕੀਤਾ ਹੈ। ਰਾਮ ਕੀਨ ਨਿਸਤਮ ਗੁਜ਼ਾਰ ਔਰ ਰਾਤ ਨੂੰ ਆਰਾਮ ਕੀਤਾ ਹੈ, ਰਾਤ ਗੁਜ਼ਾਰੀ ਹੈ। ਨਹਿ ਦਿਸੈ ਨਿਕਟ ਤੇ ਜਾਤ ਕੋਏ ਇਹਨਾਂ ਹਨੇਰਾ ਸੀ, ਹਨੇਰੀਆਂ ਰਾਤਾਂ ਚੱਲ ਰਹੀਆਂ ਸਨ, ਨੇੜਿਓਂ ਜਾਂਦਾ ਨਜ਼ਰ ਨਹੀਂ ਸੀ ਆਉਂਦਾ ਬੰਦਾ। ਸਭ ਖਾਨ ਪਾਨ ਕਰ ਅਰਧ ਸੋਏ ਕਹਿੰਦੇ ਕੁਛ ਖਾਣ ਪਾਨ ਕਰਕੇ ਲੰਗਰ ਪ੍ਰਸ਼ਾਦਾ ਛਕ ਕੇ ਅੱਧੀ ਫੌਜ ਸੌਂ ਗਈ ਹੈ। ਅਲਫ ਖਾਨ ਕਾ ਟੋਚ ਸੰਗ ਅੱਧੀ ਫੌਜ ਪਹਿਰੇ ਤੇ ਜਾਗਦੀ ਰਹੀ ਹੈ ਕਿਉਂਕਿ ਲੜਾਈ ਦਾ ਮਾਹੌਲ ਹੈ, ਦੁਸ਼ਮਣ ਰਾਤ ਨੂੰ ਹਮਲਾ ਨਾ ਕਰ ਦੇਵੇ। ਅੱਧੀ ਫੌਜ ਨੇ ਆਰਾਮ ਕੀਤਾ ਅੱਧੀ ਰਾਤ ਤੱਕ ਤੇ ਅੱਧੀ ਰਾਤ ਤੋਂ ਬਾਅਦ ਦੂਜੀ ਫੌਜ ਜਾਗੇਗੀ। ਇਸ ਤਰ੍ਹਾਂ ਇਹ ਤਾਂ ਆਪੋ ਆਪਣੇ ਡੇਰਿਆਂ 'ਚ ਸਾਵਧਾਨ ਹਨ। ਉੱਪਰ ਦੀ ਸੁਣੋ ਹੁਣ, ਜਿਹੜਾ ਉਹ ਲੱਕੜ ਦਾ ਕਿਲਾ ਉੱਤੇ ਬਣਿਆ ਨਦੌਣ ਦਾ, ਜਿਹਦੇ ਵਿੱਚ ਕਿਰਪਾਲ ਚੰਦ ਕਟੋਚੀਆ, ਦਿਆਲ ਚੰਦ ਬਿਜੜਵਾਲੀਆ ਤੇ ਅਲਫ ਖਾਨ ਦੀ ਫੌਜ ਹੈ। ਦਿਆਲ ਚੰਦ ਦੀ ਤਾਂ ਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਜੀ ਨੇ ਮੁਕਤੀ ਕਰ ਦਿੱਤੀ, ਉਹਦਾ ਮਾਰ ਦਿੱਤਾ ਗੋਲੀ ਦੇ ਨਾਲ। ਕਿਰਪਾਲ ਚੰਦ ਤੇ ਅਲਫ ਖਾਨ ਦੋਵੇਂ ਹੀ ਕਿਲੇ ਵਿੱਚ ਰਹਿ ਗਏ, ਆਪਸ ਵਿੱਚ ਸਲਾਹ ਕਰਦੇ ਹਨ। ਮੰਤਰ ਤੀਨ ਨਹਿ ਬਨਹਿ ਜੰਗ ਕਿਰਪਾਲ ਚੰਦ ਕਟੋਚੀਏ ਨੇ ਤੇ ਅਲਫ ਖਾਨ ਨੇ ਸਲਾਹ ਕੀਤੀ ਵੀ ਹੁਣ ਆਪਾਂ ਜਿੱਤ ਨਹੀਂ ਸਕਦੇ, ਆਪਾਂ ਗਲਤ ਛੇੜਾ ਛੇੜ ਬੈਠੇ ਹਾਂ, ਕਿਉਂਕਿ ਸਾਨੂੰ ਉਮੀਦ ਨਹੀਂ ਸੀ ਕਿ ਰਾਜਾ ਭੀਮ ਚੰਦ ਗੁਰੂ ਗੋਬਿੰਦ ਸਿੰਘ ਨੂੰ ਆਪਣੀ ਮਦਦ ਤੇ ਸੱਦ ਲਵੇਗਾ। ਜੇ ਗੁਰੂ ਗੋਬਿੰਦ ਸਿੰਘ ਨਾ ਆਉਂਦੇ ਫਿਰ ਅਸੀਂ ਭੀਮ ਚੰਦ ਤੋਂ ਈਨ ਬਣਵਾ ਲੈਣੀ ਸੀ, ਟੈਕਸ ਵੀ ਲੈਣਾ ਸੀ ਔਰ ਮਾਨਾਈਆਂ ਕਰਨੀਆਂ ਸੀ। ਪਰ ਹੁਣ ਉਹਦੀ ਮਦਦ ਤੇ ਮਹਾਬਲੀ 10ਵੇਂ ਪਾਤਸ਼ਾਹ
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆ ਗਏ ਨੇ। ਇਸ ਕਰਕੇ ਹੁਣ ਸਾਡਾ ਕੋਈ ਚਾਰਾ ਨਹੀਂ ਚੱਲਣਾ, ਜੰਗ ਸਾਥੋਂ ਜਿੱਤਿਆ ਨਹੀਂ ਜਾਣਾ। ਬਾਰ ਚਲੋ ਇਸ ਵਾਰ ਆਪ, ਹੁਣ ਤਾਂ ਇਸ ਵਾਰੀ ਅਲਫ ਖਾਨ ਜੀ ਆਪਾਂ ਇਹ ਕਿਲਾ ਛੱਡ ਕੇ ਦੌੜ ਚੱਲੀਏ, ਨਿਕਲ ਚੱਲੀਏ, ਇਸੇ ਵਿੱਚ ਹੀ ਸਾਡੀ ਭਲਾਈ ਹੈ, ਨਹੀਂ ਤਾਂ ਅਣਆਈ ਮੌਤ ਮਾਰੇ ਜਾਵਾਂਗੇ। ਪਰ ਬਿਜੜ ਵਾਲੀਆ ਸੁਭਟ ਖਾਪ, ਸਾਡਾ ਸੂਰਮਾ ਰਾਜਾ ਬਿਜੜਵਾਲੀਆ ਦਿਆਲ ਚੰਦ ਮਾਰਿਆ ਗਿਆ ਹੈ। ਬੜੇ ਬੜੇ ਯੋਧੇ ਜੰਗੀ ਸਿਪਾਹੀ ਜਰਨੈਲ ਮਾਰੇ ਗਏ ਹਨ। ਬੜੋ ਵੀਰ ਇਨ ਕੋ ਸਹਾਈ, ਗੁਰੂ ਗੋਬਿੰਦ ਸਿੰਘ ਬੜਾ ਵੱਡਾ ਸੂਰਮਾ ਹੈ, ਚੋਣਵੇਂ ਯੋਧਿਆਂ ਵਿੱਚੋਂ ਗਿਣਿਆ ਜਾਂਦਾ, ਉਹਦੇ ਵਰਗਾ ਕੋਈ ਸੂਰਮਾ ਨਹੀਂ ਹੈ। ਉਹ ਇਹਦੀ ਮਦਦ ਤੇ ਆ ਗਿਆ ਹੈ। ਜੇ ਗੁਰੂ ਨਾ ਆਉਂਦਾ ਫਿਰ ਅਸੀਂ ਭੀਮ ਚੰਦ ਨੂੰ ਵੇਖ ਲੈਂਦੇ। ਹੱਥ ਇੱਕ ਤੂਫਾਨ ਤੇ ਜੀਤ ਪਾਏ, ਗੁਰੂ ਗੋਬਿੰਦ ਸਿੰਘ ਦੀ ਇੱਕੋ ਗੋਲੀ ਨੇ ਉਹਨਾਂ ਦਾ ਪਲੜਾ ਭਾਰੀ ਕਰ ਦਿੱਤਾ ਤੇ ਸਾਡਾ ਸੂਰਮਾ ਦਿਆਲ ਚੰਦ ਸਾਥੋਂ ਖੋ ਲਿਆ ਹੈ। ਹੋਈ ਪ੍ਰਾਤ ਕਮਸਾਨ ਘੋਰ, ਜੇ ਕੱਲ ਸਵੇਰ ਹੋਏਗੀ, ਲੜਾਈ ਹੋਵੇਗੀ, ਦਿਨ ਚੜ੍ਹੇਗਾ, ਪਰ ਹੈ ਆਨ ਚਹੁ ਔਰ ਜੋਰ, ਤਾਂ ਗੁਰੂ ਗੋਬਿੰਦ ਸਿੰਘ ਦੀਆਂ ਫੌਜਾਂ, ਪ੍ਰਿਥੀ ਚੰਦ ਦੀਆਂ ਫੌਜਾਂ, ਭੀਮ ਚੰਦ ਦੀਆਂ ਫੌਜਾਂ ਤੇ ਰਾਜੇ ਰਾਮ ਸਿੰਘ ਜਸਰੋਟੀਏ ਦੀਆਂ ਫੌਜਾਂ, ਇਹ ਸਾਰੀਆਂ ਇਕੱਠੀਆਂ ਹੋ ਕੇ ਸਾਡੇ ਤੇ ਹੱਲਾ ਕਰ ਦੇਣਗੀਆਂ। ਜ਼ਿਆਦਾਤਰ ਮੈਨੂੰ ਉਮੀਦ ਹੈ ਵੀ ਕੱਲ ਦੀ ਲੜਾਈ ਵਿੱਚ ਸਾਡੀ ਫੌਜ ਬਹੁਤ ਮਾਰੀ ਜਾਵੇਗੀ। ਹੋ ਸਕਦਾ ਸਾਡੀਆਂ ਵੀ ਜਾਨਾਂ ਚਲੀਆਂ ਜਾਣ। ਹੁਣ ਦਿਆਲ ਚੰਦ ਦੀ ਆਸ ਉਮੀਦ ਸੀਗੀ, ਉਹ ਲੜਦਾ ਸੀ। ਹੁਣ ਕੌਣ ਲੜੇਗਾ? ਹੁਣ ਤਾਂ ਤੁਹਾਨੂੰ ਆਪ ਅੱਗੇ ਜਾਣਾ ਪਵੇਗਾ, ਕਿਉਂਕਿ ਗੁਰੂ ਗੋਬਿੰਦ ਸਿੰਘ ਖੁਦ ਮੈਦਾਨ ਵਿੱਚ ਆ ਵੜੇਗਾ ਤੇ ਹਲਚਲੀ ਖਲਬਲੀ ਮਚਾ ਦੇਵੇਗਾ। ਜੇ ਗੁਰੂ ਆ ਗਿਆ ਤਾਂ ਉਹ ਤਬਾਹੀ ਮਚਾ ਦੇਵੇਗਾ, ਭੜਥੂ ਮਚਾ ਦੇਵੇਗਾ। ਉਹਦੇ ਸਾਹਮਣੇ ਕੌਣ ਖਲੋਵੇਗਾ? ਭੀਮ ਚੰਦ ਨਾਲ ਤਾਂ ਅਸੀਂ ਨਜਿੱਠ ਲੈਣਾ ਸੀ, ਪਰ ਹੁਣ ਗੁਰੂ ਗੋਬਿੰਦ ਸਿੰਘ ਨਾਲ ਕੌਣ ਪੂਰਾ ਉਤਰੇਗਾ? ਇਸ ਕਰਕੇ ਖਾਨ ਸਾਹਿਬ ਮੇਰੀ ਸਲਾਹ ਮੰਨੋ, ਬਿਨ ਆਈ ਮੌਤ ਨਾ ਮਰੀਏ, ਆਪਾਂ ਲੜਾਈ ਛੱਡ ਕੇ ਨਿਕਲ ਚਲੀਏ। ਗੁਰ ਬਿਨਾ ਇਨਹੁ ਪਰ ਪੁਨਹ ਕ੍ਰੋਧ, ਜੇ ਗੁਰੂ ਨਾ ਹੋਇਆ ਨਾ ਫਿਰ ਇਹਨਾਂ ਨੂੰ ਵੇਖਾਂਗੇ। ਐਤਕੀ ਗੁਰੂ ਇਹਨਾਂ ਦੇ ਨਾਲ ਹੈ, ਇੱਕ ਵਾਰੀ ਗੁਰੂ ਨੂੰ ਇਹਨਾਂ ਤੋਂ ਥੋੜ੍ਹਾ ਜਿਹਾ ਲਾਂਭੇ ਜਾਣ ਦਿਓ, ਗੁਰੂ ਵਾਪਸ ਚਲਾ ਜਾਵੇ, ਫਿਰ ਆਪਾਂ ਵੀਰ ਰਸ ਦੇ ਵਿੱਚ ਆ ਕੇ ਇਹਨਾਂ ਤੇ ਹੱਲਾ ਕਰਾਂਗੇ ਔਰ ਮਹਾਜੰਗ ਯੁੱਧ ਕਰਾਂਗੇ, ਇਹਨਾਂ ਨੂੰ ਜਿੱਤ ਲਵਾਂਗੇ। ਹਾਂ, ਹੇ ਅਲਫ ਖਾਨ ਜੀ, ਤੁਹਾਡਾ ਸਾਡਾ ਪਿਆਰ ਇਵੇਂ ਹੀ ਰਹਿਣਾ। ਅਸੀਂ ਇੱਕ ਰਸ ਤੁਹਾਡੇ ਨਾਲ ਰਵਾਂਗੇ, ਕੋਈ ਕਿਸੇ ਤਰ੍ਹਾਂ ਦਾ ਫਰਕ ਨਹੀਂ ਪੈਣ ਦਿਆਂਗੇ। ਇਹ ਤੁਸੀਂ ਸਾਡੇ ਤੇ ਵਿਸ਼ਵਾਸ ਕਰ ਲਓ। ਇਹ ਜਦੋਂ ਕਿਰਪਾਲ ਚੰਦ ਨੇ ਗੱਲ ਕਹੀ ਹੈ, ਅਲਫ ਖਾਨ ਪਠਾਨ ਨੇ ਸੁਣੀ ਹੈ। ਉਹਨੇ ਉਹਨੂੰ ਵਿਚਾਰਿਆ ਗੱਲ ਨੂੰ, ਉਹਨੂੰ ਸਮਝ ਆ ਗਈ, ਉਹਨੂੰ ਵੀ ਦਿਸਦਾ ਪਿਆ ਸੀ ਵੀ ਕਿਰਪਾਲ ਚੰਦ ਠੀਕ ਕਹਿ ਰਿਹਾ ਹੈ। ਹੁਣ ਮੌਤ ਹੀ ਮੌਤ ਹੈ ਚਾਰੇ ਪਾਸੇ। ਅਸੀਂ ਗਲਤ ਛੇੜਾ ਛੇੜ ਲਿਆ ਹੈ, ਕਿਉਂਕਿ ਸਾਡੇ ਦੁਸ਼ਮਣਾਂ ਦੇ ਨਾਲ ਉਹਨਾਂ ਦੀ ਮਦਦ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆ ਗਏ ਹਨ। ਸਾਡੇ ਬਚਣ ਦੀ ਹੁਣ ਕੋਈ ਆਸ ਨਹੀਂ ਹੈ। ਇਹ ਕਿਰਪਾਲ ਚੰਦ ਠੀਕ ਕਹਿੰਦਾ ਕਿ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਨੂੰ ਵਾਪਸ ਜਾ ਲੈਣ ਦਿਓ, ਲਾਂਭੇ ਹੋ ਲੈਣ ਦਿਓ, ਅਸੀਂ ਫਿਰ ਹਮਲਾ ਕਰਾਂਗੇ ਤੇ ਇਹਨਾਂ ਨੂੰ ਘੇਰ ਘੇਰ ਕੇ ਮਾਰਾਂਗੇ। ਇਸ ਤਰ੍ਹਾਂ ਸਲਾਹ ਕਰਕੇ ਸਾਧ ਸੰਗਤ ਜੀ ਨਾ ਸਾਰਿਆਂ ਨੇ ਵਿਚਾਰ ਕਰਕੇ ਛੇਤੀ ਨਾਲ ਤਿਆਰੀ ਕੀਤੀ ਹੈ ਔਰ ਇੱਕ ਬੰਦੇ ਨੂੰ ਉੱਚੀ ਥਾਂ ਤੇ ਉੱਚੇ ਟਾਂਗੂ ਬਣਾ ਕੇ ਬਿਠਾ ਦਿੱਤਾ ਹੈ ਤੇ ਉੱਚੀ ਥਾਂ ਤੇ ਨਗਾਰਾ ਰੱਖ ਦਿੱਤਾ ਉਹ ਬੰਦੇ ਦੇ ਅੱਗੇ ਵੀ ਤੂੰ ਨਗਾਰਾ ਵਜਾਈ ਚੱਲੀ। ਉਹਨੂੰ ਇਹ ਕਹਿਤਾ ਵੀ ਸਾਰੀ ਰਾਤ ਨਗਾਰਾ ਵੱਜਦਾ ਰਹਿਣਾ ਚਾਹੀਦਾ ਹੈ। ਜਦੋਂ ਵੇਖੇ ਵੀ ਸਵੇਰ ਹੋਈ ਹੈ ਤਾਂ ਉਸ ਵੇਲੇ ਨਗਾਰਾ ਛੱਡ ਕੇ ਤੂੰ ਵੀ ਭੱਜ ਜਾਵੀਂ। ਤੂੰ ਉਸ ਵੇਲੇ ਨਗਾਰਾ ਛੱਡ ਕੇ ਜਦੋਂ ਸਵੇਰ ਦੇ 5-6 ਵੱਜਣਗੇ ਉਦੋਂ ਨਿਕਲ ਆਵੀਂ। ਉਸ ਤੋਂ ਪਹਿਲਾਂ ਨਗਾਰਾ ਬੰਦ ਨਾ ਕਰੀ, ਤਾਂ ਕਿ ਗੁਰੂ ਗੋਬਿੰਦ ਸਿੰਘ ਨੂੰ ਇਹ ਜਾਂ ਉਹਦੇ ਸਾਥੀਆਂ ਨੂੰ, ਭੀਮ ਚੰਦ ਨੂੰ ਇਹੀ ਭੁਲੇਖਾ ਪਿਆ ਰਹੇ ਕਿ ਫੌਜ ਅਜੇ ਕਿਲੇ ਦੇ ਅੰਦਰ ਹੀ ਹੈ। ਇਹ ਕਹਿ ਕੇ ਅਲਫ ਖਾਨ ਤੇ ਕਿਰਪਾਲ ਚੰਦ ਕਟੋਚੀਆ ਆਪਣੀ ਫੌਜ ਸਮੇਤ ਘੋੜਿਆਂ ਤੇ ਸਵਾਰ ਹੋ ਕੇ ਉਸ ਨਦੌਣ ਦੇ ਲੱਕੜ ਦੇ ਕਿਲੇ ਚੋਂ ਖਿਸਕ ਗਏ ਹਨ। ਕਹਿੰਦੇ ਆਪਣੀ ਹਾਲਤ ਮਾੜੀ ਵੇਖ ਕੇ ਇਹਨਾਂ ਨੇ ਤਸਕਰਨ ਗਤੀ ਸਭ ਆਪਨ ਧਾਰ, ਚੋਰਾਂ ਵਾਲੀ ਗਤੀ, ਜਿਹੜੀ ਚੋਰਾਂ ਦੀ ਹਾਲਤ ਹੁੰਦੀ ਹੈ ਨਾ,
ਵੀ ਚੋਰ ਭੱਜ ਜਾਂਦੇ, ਰਾਤ ਨੂੰ ਚੋਰੀ ਭੱਜ ਗਏ ਹਨ। ਕਰਮਾਉਣ ਵਹਿਰ ਨਿਕ ਸੇ ਪਧਾਰ, ਚੁੱਪ ਚਪੀਤੇ ਰਾਤ ਨੂੰ ਇਹ ਨਿਕਲੇ ਹਨ। ਲਖੇ ਜਾਤ ਗਮਨੀ ਸੁਧਾਮ, ਕਹਿੰਦੇ ਘਰ ਜਾਂਦੇ ਹੋਏ ਨਜ਼ਰ ਨਹੀਂ ਆਉਂਦੇ, ਇਹਨਾਂ ਦੀ ਹਾਲਤ ਇਹ ਹੋ ਗਈ ਕਿੱਧਰ ਨੂੰ ਭੱਜ ਗਏ ਹਨ। ਪੁਰ ਆਦ ਇਨਹੂ ਸਭ ਕਰ ਆਰਾਮ, ਇਧਰ ਮਹਾਰਾਜ 10ਵੇਂ ਪਾਤਸ਼ਾਹ ਭੀਮ ਚੰਦ, ਰਾਮ ਸਿੰਘ ਜਸਰੋਟੀਆ, ਪ੍ਰਿਥੀ ਚੰਦ ਡਡਵਾਲੀਆ, ਇਹਨਾਂ ਸਾਰਿਆਂ ਨੇ ਆਰਾਮ ਕੀਤਾ ਆਪਣੇ ਆਪਣੇ ਡੇਰਿਆਂ ਵਿੱਚ। ਜਬ ਭਈ ਘੋਰ ਗੰਧਰ ਸੁਨਤ, ਜਦੋਂ ਸਵੇਰ ਹੋਈ ਹੈ ਨਗਾਰਾ ਰਾਤ ਵੱਜਦਾ ਸੁਣਾਈ ਦਿੰਦਾ ਰਿਹਾ ਇਹਨਾਂ ਨੂੰ। ਵਿੱਚ ਹੈ ਮਵਾਸ ਸਗਰੇ ਭਣੰਤ, ਸਾਰੇ ਇਹ ਕਹਿ ਰਹੇ ਸਨ ਵੀ ਅਜੇ ਤੱਕ ਕਿਰਪਾਲ ਚੰਦ ਤੇ ਅਲਫ ਖਾਨ ਪਹਾੜ ਦੇ ਉਸ ਕਿਲੇ ਵਿੱਚ ਹੀ ਬੈਠੇ ਹਨ, ਕਿਉਂਕਿ ਨਗਾਰੇ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਤਬ ਗਇਓ ਬਜਾਮਨ ਹਾਰ ਭਾਜ, ਪਰ ਜਦੋਂ ਸਵੇਰ ਹੋਈ ਤਾਂ ਉਹ ਨਗਾਰਚੀ ਵੀ ਆਪਣੀ ਜਾਨ ਲੈ ਕੇ ਦੌੜ ਗਿਆ। ਲੋਕ ਨੀਨ ਸੁਨੋ ਸਮਾਜ, ਕਹਿੰਦੇ ਉਹਨੇ ਜਾ ਕੇ ਲੋਕਾਂ ਨੇ ਵੇਖਿਆ ਬਈ ਸਾਰਾ ਹੀ ਕਿਲਾ ਖਾਲੀ ਪਿਆ ਹੈ। ਲੱਕੜ ਦੇ ਕਿਲੇ ਵਿੱਚ ਜਿੱਥੇ ਕੱਲ ਅਲਫ ਖਾਨ ਦਾ ਅਤੇ ਕਿਰਪਾਲ ਚੰਦ ਕਟੋਚੀਏ ਦਾ ਤੇ ਦਿਆਲ ਚੰਦ ਬਿਜੜਵਾਲੀਏ ਦਾ ਦਲ ਸੀ, ਉਹ ਸਾਰਾ ਹੀ ਉੱਥੋਂ ਚਾਲੇ ਪਾ ਗਿਆ ਹੈ। ਕਹਿੰਦੇ ਵੈਰੀ ਆਪਣੀ ਲਾਜ ਛੱਡ ਕੇ ਬੇਸ਼ਰਮਾਂ ਦੀ ਤਰ੍ਹਾਂ ਚੋਰਾਂ ਦੀ ਤਰ੍ਹਾਂ ਭੱਜ ਗਏ ਹਨ। ਕਹਿੰਦੇ ਗਾ ਅਲਫ ਖਾਨ, ਕਹਿੰਦੇ ਅਲਫ ਖਾਨ ਚਲਾ ਗਿਆ ਖਾਨਾ ਨੂੰ ਨਾਲ ਲੈ ਕੇ। ਤੇ ਕਿਰਪਾਲ ਚੰਦ ਕਟੋਚੀਏ ਨੇ ਵੀ ਹੌਸਲਾ ਨਹੀਂ ਕੀਤਾ, ਉਹ ਵੀ ਨਹੀਂ ਟਿਕਿਆ। ਉਹ ਮੂਰਖ ਗੀਤੀ ਗਵਾਰਾਂ ਦੀ ਤਰ੍ਹਾਂ ਭੱਜ ਗਏ ਹਨ, ਅੜ ਨਹੀਂ ਸਕੇ ਕਲਗੀਧਰ ਪਾਤਸ਼ਾਹ ਦੇ ਸਾਹਮਣੇ। ਸਾਰੀ ਫੌਜ ਦੇ ਯੋਧਿਆਂ ਨੂੰ ਲੈ ਕੇ ਮਹਾਰਾਜ 10ਵੇਂ ਪਾਤਸ਼ਾਹ ਰਾਜਾ ਭੀਮ ਚੰਦ, ਰਾਜਾ ਪ੍ਰਿਥੀ ਚੰਦ, ਰਾਮ ਸਿੰਘ ਜਸਰੋਟੀਆ, ਇਹ ਸਾਰੇ ਰਾਜੇ ਕਮਰ ਕੱਸੇ ਕਰਕੇ ਸ਼ਸਤਰ ਬਸਤਰ ਸਜਾ ਕੇ ਜਦੋਂ ਲੱਕੜ ਦੀ ਵਾੜ ਦੇ ਨੇੜੇ ਗਏ ਨੇ, ਸਾਰਿਆਂ ਨੇ ਜਾ ਕੇ ਵੇਖਿਆ ਵਾੜ ਖਾਲੀ ਪਈ ਹੈ। ਵਿਚਾਰ ਕੀਤੀ ਹੈ ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਵੀ ਇਹ ਤਾਂ ਕਾਇਰਾਂ ਦਾ ਟੋਲਾ ਸੀਗਾ ਜਿਹੜਾ ਮਹਾਰਾਜ ਕਲਗੀਧਰ ਪਾਤਸ਼ਾਹ ਦਾ ਪ੍ਰਤਾਪ ਵੇਖ ਕੇ ਭੱਜ ਗਏ ਹਨ। ਰਾਜਾ ਭੀਮ ਚੰਦ ਬੜਾ ਖੁਸ਼ ਹੋਇਆ, ਚਲੋ ਮੇਰੀ ਜਿੱਤ ਹੋ ਗਈ ਹੈ। ਰਾਜਾ ਭੀਮ ਚੰਦ ਬੜਾ ਪ੍ਰਸੰਨ ਹੋਇਆ, ਖੁਸ਼ ਹੋਇਆ ਹੈ। ਨਦਾਉਣ ਦੇ ਨੇੜੇ ਸਾਧ ਸੰਗਤ ਜੀ ਭੀਮ ਚੰਦ ਨੇ ਡੇਰਾ ਕਰ ਲਿਆ ਹੈ। ਨਿਸ਼ਚਿੰਤ ਹੋ ਕੇ ਨਦਾਉਣ ਦੀ ਥਾਂ ਤੇ ਛਾਉਣੀ ਪਾਈ ਹੈ। ਕਹਿੰਦੇ ਬੜਾ ਸੋਹਣਾ ਸੁੰਦਰ ਦਰਿਆ ਨਦੀ ਵਗ ਰਹੀ ਹੈ। ਜਲ ਬਿਮਲ ਵਿਪਾਸਾ ਜਲ ਅਰੋਕ, ਕਹਿੰਦੇ ਪਿਆਸਾ ਦਰਿਆ ਦਾ ਨਿਰਮਲ ਨੀਲਾ ਪਾਣੀ ਹੈ ਜਿਹਨੂੰ ਕੋਈ ਰੋਕ ਨਹੀਂ ਸਕਦਾ। ਪਹਾੜਾਂ ਵਿੱਚੋਂ ਵਲ ਖਾਂਦੀ ਹੋਈ ਬਿਆਸਾ ਨਦੀ ਆ ਰਹੀ ਹੈ, ਉਹਦੇ ਕੰਢੇ ਉੱਤੇ ਇਹ ਨਦਾਉਣ ਦਾ ਕਿਲਾ ਹੈ। ਮਹਾਰਾਜ 10ਵੇਂ ਪਾਤਸ਼ਾਹ ਜੀ ਉਸ ਦਰਿਆ ਦੇ ਕੰਢੇ ਤੇ ਪ੍ਰਣਾਮ ਕੀਤਾ ਹੈ। ਮਹਾਰਾਜ ਦੀ ਫੌਜਾਂ ਵੀ ਉੱਥੇ ਉਤਰੀਆਂ ਨੇ ਤੇ ਮਹਾਰਾਜ ਆਪ ਵੀ ਉੱਥੇ ਡੇਰਾ ਕੀਤਾ ਹੈ। ਸਾਰੀਆਂ ਛਾਉਣੀਆਂ ਦੇ ਵਿੱਚ, ਸਾਰਿਆਂ ਡੇਰਿਆਂ ਵਿੱਚ, ਸਾਰੇ ਰਾਜਿਆਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜਸ ਹੋ ਰਿਹਾ ਹੈ। ਕਿ ਮਹਾਰਾਜ ਗਰੀਬ ਨਵਾਜ ਹਨ, ਸੇਵਕਾਂ ਨੂੰ ਮਾਣ ਦੇਣ ਵਾਲੇ, ਸ਼ਰਨ ਆਇਆਂ ਦੀ ਲਾਜ ਰੱਖਣ ਵਾਲੇ ਤੇ ਵੈਰੀਆਂ ਦੇ ਲਈ ਕਾਲ ਦਾ ਰੂਪ ਹਨ। ਇੱਕ ਦਿਨ ਹੋਰ ਬੜੇ ਆਰਾਮ ਨਾਲ ਉੱਥੇ ਬਿਆਸਾ ਦੇ ਕੰਢੇ ਤੇ ਰੁਕੇ ਹਨ, ਲੰਗਰ ਪ੍ਰਸ਼ਾਦ ਬਣਾ ਕੇ ਛਕਿਆ ਹੈ। ਤੇ ਮਹਾਰਾਜ ਕਲਗੀਧਰ ਪਾਤਸ਼ਾਹ ਉੱਚੀ ਥਾਂ ਤੇ ਬਿਰਾਜੇ ਹਨ। ਔਰ ਬੜੇ ਦਰਖਤ ਖੜੇ ਹਨ ਪਹਾੜਾਂ ਦੇ ਵਿੱਚ ਉੱਚੇ ਉੱਚੇ। ਔਰ ਬੜੀ ਸੋਹਣੀ ਨਦੀ ਜਿਹੜੀ ਬਿਆਸਾ ਹੈ, ਨੀਲੀ ਉਹਦਾ ਨੀਲਾ ਜਲ ਹੈ ਤੇ ਬੜੀ ਮਨਮੋਹਣੀ ਉਹ ਜਗ੍ਹਾ ਹੈ। ਉਹਦੀ ਮਹਾਰਾਜ ਸੈਲ ਕਰ ਰਹੇ ਨੇ, ਪਹਾੜਾਂ ਦੀ ਸੈਲ ਕਰ ਰਹੇ ਨੇ। ਕਈ ਦਿਨ ਇੱਥੇ ਮਹਾਰਾਜ ਨੇ ਆਸਣ ਰੱਖਿਆ ਹੈ, ਡੇਰਾ ਕੀਤਾ ਹੈ ਤੇ ਰਾਜਿਆਂ ਨੇ ਵੀ ਆਪਣੇ ਘਰਾਂ ਵਿੱਚ ਚਰਨ ਪਵਾਏ ਹਨ। ਜਿਹੜੇ ਰਾਜੇ 10ਵੇਂ ਪਾਤਸ਼ਾਹ ਦੇ ਪਹਿਲਾਂ ਵਿਰੋਧੀ ਬਣੇ ਹੋਏ ਸਨ, ਭੀਮ ਚੰਦ ਵਰਗੇ, ਉਹ ਹੁਣ ਕਹਿੰਦੇ ਫਿਰਦੇ ਮਹਾਰਾਜ ਸਾਡੇ ਮਹਿਲਾਂ 'ਚ ਚਰਨ ਪਾਓ, ਸਾਡੇ ਕਿਲਿਆਂ 'ਚ ਚਰਨ ਪਾਓ, ਸਾਡੀ ਸੈਰਗਾਹ ਵਿੱਚ ਚਰਨ ਪਾਓ। ਤੇ ਹੁਣ ਮਹਾਰਾਜ ਨੂੰ ਤਰਲੇ ਕੱਢਦੇ ਹਨ ਕਿ ਸਾਡੇ ਘਰ ਚਰਨ ਪਾ ਕੇ ਘਰਾਂ ਨੂੰ ਪਵਿੱਤਰ ਕਰੋ। ਰਾਜਾ ਭੀਮ ਚੰਦ ਸਤਿਗੁਰਾਂ ਨੂੰ ਹਰ ਤਰ੍ਹਾਂ ਨਾਲ ਖੁਸ਼ ਕਰਨ ਦਾ ਯਤਨ ਕਰ ਰਿਹਾ ਹੈ। ਹੱਥ ਜੋੜ ਜੋੜ ਕੇ ਕਹਿੰਦਾ ਮਹਾਰਾਜ ਤੁਹਾਡੀ ਕਿਰਪਾ ਨਾਲ ਜੰਗ ਜਿੱਤਿਆ ਹਾਂ, ਨਹੀਂ ਤਾਂ ਮੇਰੀ ਕੋਈ ਹਾਲਤ ਨਹੀਂ ਸੀ।
ਐਨੇ ਦੁਸ਼ਮਣ ਚੜ੍ਹ ਕੇ ਆ ਗਏ ਸਨ। ਮੁਗਲਾਂ ਦੀ ਫੌਜ, ਅਲਫ ਖਾਨ ਪਠਾਨਾਂ ਦੀ ਫੌਜ ਲੈ ਕੇ ਆ ਗਿਆ ਸੀ। ਮਹਾਰਾਜ ਤੁਸੀਂ ਕਿਰਪਾ ਕੀਤੀ ਹੈ, ਮੈਨੂੰ ਇਸ ਬਲਾਤ ਤੋਂ ਬਚਾ ਲਿਆ ਹੈ। ਬ੍ਰਿੰਦ ਸਰਬ ਭੈਭੀਤ ਹੋਏ। ਜਿੰਨੇ ਵੈਰੀ ਸਨ ਸਾਰੇ ਭੈਭੀਤ ਕਰ ਦਿੱਤੇ ਹਨ। ਆਪ ਜੀ ਤੋਂ ਡਰਦਾ ਮਾਰਾ ਅਲਫ ਖਾਨ ਰਾਤੋਂ ਰਾਤ ਭੱਜ ਗਿਆ। ਸਤਿਗੁਰੂ ਜੀ ਤੁਹਾਡੀ ਝਾਲ ਨਹੀਂ ਚੱਲ ਸਕਿਆ। ਪ੍ਰਤਾਪ ਭਾਗੇ ਸੋ ਜੋਏ। ਮਹਾਰਾਜ ਤੁਹਾਡੇ ਪ੍ਰਤਾਪ ਦੇ ਨਾਲ ਭੱਜੇ ਹਨ ਵੈਰੀ, ਅਸੀਂ ਨਹੀਂ ਸੀ ਭਜਾ ਸਕਦੇ ਉਹਨਾਂ ਨੂੰ। ਤੁਹਾਡੇ ਤੀਰਾਂ ਦੀ ਕਰਾਮਾਤ ਹੈ ਕਲਗੀਧਰ ਪਾਤਸ਼ਾਹ ਜੀ। ਇਹ 7 ਤੀਰਾਂ ਦੇ ਨਾਲ ਤੁਸੀਂ ਮੋਰਚਾ ਫਤਿਹ ਕਰ ਲਿਆ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਕਈ ਦਿਨ ਇਤਿਹਾਸ ਵਿੱਚ ਕਈਆਂ ਵਿਦਵਾਨਾਂ ਨੇ 16 ਕਈ 17 ਦਿਨ ਇਸ ਤਰ੍ਹਾਂ ਦੱਸੇ ਨੇ। ਮਹਾਰਾਜ ਨਦੌਣ ਦੇ ਇਲਾਕੇ 'ਚ ਗੁਜ਼ਾਰ ਕੇ ਆਨੰਦ ਜਲ ਤਟ ਸੁਹਾਏ। ਸੋ ਮਹਾਰਾਜ 10ਵੇਂ ਪਾਤਸ਼ਾਹ ਬੜਾ ਸੁੰਦਰ ਬਿਆਸਾ ਦੇ ਕੰਢੇ ਤੇ ਆਨੰਦ ਮਾਣਿਆ ਹੈ। ਉਹ ਕਥਾ ਆਪ ਜੀ ਅੱਗੇ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ।